बिस्मिल्लाहिर्रहमानिर्रहीम। अस्सलाम वालेकुम व्यूअर्स, आप देख रहे हैं बिज़नेस इन्फो। मैं हूं बिलाल नज़ीर। आज एक इंतहाई अहम वीडियो लेकर मैं आपकी खिदमत में हाज़िर हूं। आज की वीडियो में जो ख़ास बात है वो ये है कि आज हम एक ऐसे डेरे, एक ऐसे फार्म पर पहुंचे हैं जिनको खलील साहब चला रहे हैं, और खलील साहब ने एक गाय से कारोबार शुरू किया था और आज उनके पास 25 जानवर हैं। जी हाँ नाजरीन, एक गाय से कारोबार शुरू करने वाला शख्स और अब 25 जानवर, जो तमाम के तमाम जानवर उसके अपने हैं, और इस शख्स ने बहुत मेहनत के साथ ये काम किया। मासवाए एक जानवर के बाकी तमाम जानवरों की मलकियत वो रखता है। तो आइए इनके इस कामयाबी के सफ़र के बारे में तफसीलन जानते हैं और दीगर मालूमात कि जानवरों को कैसे रखना चाहिए और जानवरों की कैसे खिदमत करनी चाहिए, इनसे कैसे कारोबार करके पैसा कमाना चाहिए। ये तमाम तर तफसीलात आपको इस इंटरव्यू में मिलेंगी। उम्मीद है आज का इंटरव्यू आपके लिए बहुत 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 मुफीद होगा। तो इस इंटरव्यू को देखने से पहले तमाम व्यूअर्स से रिक्वेस्ट है कि हमारे चैनल को सब्सक्राइब करें, बेल आइकन को भी दबा दें ताकि तमाम आने वाली वीडियोज़ आप तक बखूबी पहुँचते रहें। इस वीडियो को लाइक शेयर ज़रूर कीजिएगा। तो आइए नाजरीन, आज का एक इंतहाई अहम इंटरव्यू शुरू करते हैं। वालेकुम सलाम जी। सर की नाम है ਤੁਹਾਡਾ? मेरा नाम खलील अहमद। ਖਲੀਲ ਸਾਹਿਬ ਕਿਹੜੀ ਜਗ੍ਹਾ ਵੇ, ਕਿਹੜਾ ਪਿੰਡ ਹੈ? ਇਹ ਕੁੰਦਨਪੁਰ ਤਹਿਸੀਲ ਵਾ ਜ਼ਿਲ੍ਹਾ ਸਿਆਲਕੋਟ। ਠੀਕ ਹੋ ਗਿਆ। ਕਿੰਨੀ ਦੇਰ ਤੋਂ ਤੁਸੀਂ ਡੰਗਰ ਰੱਖੇ ਨੇ? ਇਹ ਕੋਈ ਸਾਨੂੰ ਰੱਖਿਆ 20 ਸਾਲ ਹੋ ਗਏ ਨੇ। 20 ਸਾਲ ਤੋਂ ਮਾਸ਼ਾਅੱਲਾ ਤੁਸੀਂ ਇਹ ਕੰਮ ਕਰ ਰਹੇ ਹੋ। ਹਾਂਜੀ ਸਰ ਕਿੰਨੇ ਡੰਗਰਾਂ ਤੋਂ ਕੰਮ ਸ਼ੁਰੂ ਕੀਤਾ ਸੀ ਤੁਸੀਂ? ਸਾਰੇ ਇੱਕ ਮਈ ਤੋਂ ਤੇ ਹੁਣ ਮਾਸ਼ਾਅੱਲਾ ਕਿੰਨੇ ਦੇ? ਹੁਣ 25-26 ਡੰਗਰ ਨੇ ਛੋਟੇ ਵੱਡੇ। ਬੜੀ ਗੱਲ ਹੈ ਜੀ। ਇੱਕ ਡੰਗਰ ਤੋਂ ਤੁਸੀਂ 25-26 ਡੰਗਰਾਂ ਤੱਕ ਪਹੁੰਚ ਗਏ ਹੋ। ਹਾਂਜੀ। ਤੇ ਇਹ ਸਾਰੇ ਘਰ ਦੇ ਨੇ ਜਾਂ ਖਰੀਦੇ ਨੇ? ਨਹੀਂ ਖਰੀਦੇ ਨੇ ਬਹੁਤੇ, ਥੋੜੇ ਹੁਣ ਘਰ ਦੇ ਨੇ। ਤੇ ਕਿਸ ਤਰ੍ਹਾਂ ਇਹਦਾ ਗੱਲ ਤੇ ਸਾਰੀ ਸੁਣਾਇਓ ਕਿ ਇੱਕ ਡੰਗਰ ਤੋਂ ਤੁਸੀਂ ਕਿਸ ਤਰ੍ਹਾਂ ਤਰੱਕੀ ਕਰਕੇ ਉਹਨਾਂ ਲੋਕਾਂ ਨੂੰ ਦੱਸੋ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਕਿ ਇੱਕ ਡੰਗਰ ਤੋਂ ਮੈਂ 25 ਤੱਕ ਪਹੁੰਚਿਆ। ਇੱਕ ਸਫ਼ਰ ਦੀ ਤਰ੍ਹਾਂ ਗੱਲ ਸੁਣਾਇਓ। ਸਰ ਜੀ ਬਸ ਮਿਹਨਤ ਮਸ਼ੱਕਤ ਕਰਨੀ। ਸਵੇਰ ਜ਼ਾਨਾ ਵੇਲੇ ਉੱਠੀਦਾ, ਰਾਤੀ 10 ਵੀ ਵੱਜ ਜਾਂਦੇ ਨੇ, 11 ਵੀ ਵੱਜ ਜਾਂਦੇ ਨੇ, ਪਰ ਮਿਹਨਤ ਕਰਨੀ ਤੇ ਅੱਲਾ ਸਿਲਾ ਦਿੰਦਾ। ਸਹੀ ਹੈ। ਤੇ 20 ਸਾਲ ਤੋਂ ਮਤਲਬ ਆਹਿਸਤਾ ਆਹਿਸਤਾ ਤੁਸੀਂ ਡੰਗਰ ਇਕੱਠੇ ਕਰਦੇ ਗਏ? ਆਸਤਾ ਇੱਕ ਲੈ ਲਿਆ, ਉਹਦੇ ਪੈਸੇ ਦੇ ਲਏ, ਫਿਰ ਦੂਜਾ ਲੈ ਲਿਆ। ਤੇ ਡੰਗਰ ਤੁਸੀਂ ਉਧਾਰ ਲੈਂਦੇ ਹੋ ਜਾਂ? ਨਹੀਂ ਉਧਾਰ ਹੀ ਲਏ ਨੇ। ਉਧਾਰ ਲੈ ਕੇ ਵੀ ਤੁਸੀਂ ਮਾਸ਼ਾਅੱਲਾ ਬਣਾ ਲੈਣੇ? ਹਾਂਜੀ। ਹੁਣ ਤੁਹਾਡੇ ਕੋਲ ਡੰਗਰ ਇਸ ਟਾਈਮ ਕਿੰਨੇ ਨੇ ਜਿਨ੍ਹਾਂ ਦੇ ਤੁਸੀਂ ਪੈਸੇ ਦੇਣੇ ਨੇ? ਇੱਕ ਮਹੀਨੇ। ਬਾਕੀ ਸਾਰੇ ਆਪਣੇ ਨੇ? ਬਾਕੀ ਸਾਰੇ। ਬੜੀ ਗੱਲ ਹੈ ਜੀ, ਮਾਸ਼ਾਅੱਲਾ, ਜਜ਼ਾਕੱਲਾ ਜੀ। ਅੱਛਾ, ਅੱਗੇ ਦੱਸਿਓ ਕਿ ਇਸ ਕਾਰੋਬਾਰ ਦੇ ਨਾਲ ਤੁਸੀਂ ਕੋਈ ਹੋਰ ਵੀ ਕਾਰੋਬਾਰ ਕਰ ਰਹੇ ਹੋ? ਨਹੀਂ ਹੋਰ ਘਰ ਦੇ ਆ, ਫਸਲ ਵਾਲੀ ਦਾ, ਘਰ ਬੱਚਿਆਂ ਲਈ ਦਾਣੇ ਛਾਣੇ ਹੋ ਜਾਣ, ਹੋਰ ਕੋਈ ਨਹੀਂ ਹੁੰਦਾ। ਤੁਸੀਂ ਅਲੱਗ ਤੋਂ ਕੋਈ ਕਾਰੋਬਾਰ ਨਹੀਂ ਨਹੀਂ, ਕਰਦੇ? ਕੋਈ ਨਹੀਂ। ਇਹੀ ਤੁਹਾਡਾ ਮੇਨ ਕਾਰੋਬਾਰ ਹੈ? ਇਹ ਕਾਰੋਬਾਰ। ਤੁਸੀਂ ਇਹ ਕਾਰੋਬਾਰ ਕਿਉਂ ਪਸੰਦ ਕੀਤਾ? ਫਿਰ ਹੋਰ ਕਰ ਕੱਖ ਨਹੀਂ ਹੋ ਸਕਦੇ, ਅੱਛਾ, ਮਜਬੂਰ ਹੋ ਕੇ ਕੰਮ ਸ਼ੁਰੂ ਕੀਤਾ ਤੇ ਅੱਲਾ ਰਿਜ਼ਕ ਦਿੰਦਾ। ਬੜੀ ਗੱਲ ਹੈ। ਯਾਨੀ ਤੁਹਾਡੇ ਹੋਰ ਤੁਸੀਂ ਕੋਈ ਕਾਰੋਬਾਰ ਨਹੀਂ ਕਰ ਸਕਦੇ? ਕੋਈ ਕੰਮ ਸ਼ਮ ਨਹੀਂ ਸਿੱਖਿਆ? ਹਾਂ ਨਹੀਂ, ਕੋਈ ਨਹੀਂ, ਇਹੋ ਸਾਡਾ ਸ਼ੁਰੂ ਤੋਂ। ਇਸ ਤਜਰਬੇ ਚ ਦੱਸਣਾ ਕਿ ਤੁਹਾਨੂੰ ਕਾਰੋਬਾਰ ਕਿਹਦਾ ਲੱਗਾ? ਨਹੀਂ, ਸਾਨੂੰ ਤੇ ਬਹੁਤ ਅੱਛਾ ਲੱਗਾ। ਨਫਾ ਬਖਸ਼? ਨਫਾ ਬਖਸ਼। ਮਿਹਨਤ ਬਾਰੇ ਬਸ਼ਰਤੇ ਕਿ ਹਰਾਮ ਨਾ ਵਿੱਚ ਕਿਸੇ ਪਾਸੇ ਸੁੱਟੇ, ਲਾਲ ਪਿਆ ਕਰੇ ਤੇ ਅੱਲਾ ਰਿਜ਼ਕ ਪਿਆ ਦਿੰਦਾ। ਤੁਸੀਂ ਕੁਝ ਗਾਈਆਂ ਰੱਖੀਆਂ ਨੇ, ਕੁਝ ਮੱਝਾਂ ਰੱਖੀਆਂ, ਇਹਦੀ ਕੀ ਖਾਸ ਵਜ੍ਹਾ? ਗਾਈ ਸਾਰੇ ਇੱਕ ਲਈ ਸੀ ਤੇ ਅੱਲਾ ਨੇ ਉਹਦੇ ਉੱਤੇ ਸਾਰੀਆਂ ਬਣਾ ਦਿੱਤੀਆਂ। ਠੀਕ ਹੈ। ਕਹਿੰਦੇ ਨੇ ਗਾਈਆਂ ਦਾ ਦੁੱਧ ਨਹੀਂ ਸੇਲ ਹੁੰਦਾ, ਇਹਦੇ ਬਾਰੇ ਤੁਸੀਂ? ਨਹੀਂ ਸਰ, ਸਾਡੇ ਕੋਲ ਤਾਂ ਨਾ ਖੋਏ ਦੇ ਹਿਸਾਬ ਨਾਲ ਦੁੱਧ ਲੈਣਾ। ਅੱਛਾ। ਸਾਡੇ ਕੋਲ ਗਰਮੀਆਂ 10 ਟਕਾ ਖੋਇਆ ਲੈਂਦੇ ਨੇ, ਸਿਆਲ 12 ਟਕਾ ਲੈਂਦੇ ਨੇ। ਅੱਛਾ। ਤੇ ਸਾਡੇ ਅਸੀਂ ਭਾਵੇਂ ਬੱਕਰੀਆਂ ਰੱਖ ਲਈਏ, ਭਾਵੇਂ ਆ ਖੋਇਆ ਦੇਣਾ ਉਹਨਾਂ ਨੂੰ। ਠੀਕ ਹੈ। ਤੇ ਗਾਈਆਂ ਦਾ ਕੀ ਰੇਟ ਮਿਲਦਾ ਤੇ ਮੱਝਾਂ ਦਾ? ਇੱਕ ਹੀ ਰੇਟ। ਨਹੀਂ, ਉਹ ਫਿਰ ਖੋਏ ਦੇ ਹਿਸਾਬ ਨਾਲ ਚੇਂਜ ਨਹੀਂ ਹੁੰਦਾ ਰੇਟ? ਨਹੀਂ, ਕੋਈ ਰੇਟ ਨਹੀਂ ਚੇਂਜ, ਇੱਕ ਹੀ ਰੇਟ ਹੈ। ਸਰਕਾਰ ਗੱਲ ਜੋ ਕੀਤੀ ਹੈ ਲਵਾਈ ਨਾ ਵੀ ਆ, ਤੈਨੂੰ ਗਰਮੀਆਂ 'ਚ ਇੰਨਾ ਖੋਇਆ ਦਾਂ, ਸਿਆਲ 'ਚ ਇੰਨਾ ਦਾਂ। ਕਿੰਨਾ ਖੋਇਆ ਦੇ ਰਹੇ ਤੁਸੀਂ? ਅਸੀਂ ਅੱਜ ਕੱਲ ਹੁਣ ਲੈਣ ਦੇ ਨੇ 11.5 ਟਕਾ। ਠੀਕ ਹੈ। ਕਿੰਨੇ ਚ? ਇਹ 4 ਕਿਲੋ ਚ। 4 ਕਿਲੋ 12.5 ਟਕਾ। ਹਾਂਜੀ। ਉਹ ਗਾਂ ਮੱਝ ਦਾ ਮਿਕਸ ਹੁੰਦਾ? ਮਿਕਸ ਹੁੰਦਾ ਹੈ ਜੀ। ਠੀਕ ਹੈ। ਅੱਛਾ ਸਰ, ਤੁਸੀਂ ਇਹ ਜਿਹੜਾ ਨਾ ਕਾਰੋਬਾਰ ਕਿੰਨੇ ਕੁ ਰਕਬੇ ਚ ਕਰ ਰਹੇ ਹੋ? ਕਿੰਨੀ ਤੁਹਾਡੀ ਜ਼ਮੀਨ ਹੈ? ਮਾਸ਼ਾਅੱਲਾ। ਸਰ ਜ਼ਮੀਨ ਤੇ ਮੇਰੀ ਉਸ ਪੇ ਵਿਗਾਈ ਹੋਏ ਤੇ ਭਰਾਵਾਂ ਦੀ ਉਹਨਾਂ ਦੀ ਚਲੋ ਮਿਹਰਬਾਨੀ। ਉਹ ਨਹੀਂ, ਉਹ ਬਾਹਰ ਨੇ, ਕੋਈ ਇੱਕ ਅਮਰੀਕਾ ਹੈ, ਕੋਈ ਕਿਤੇ ਨਹੀਂ ਲੈਂਦੇ ਹਿਸਾਬ ਉਸਾ ਤੇ ਚਲੋ ਉਹਦੇ ਤੋਂ ਕੰਮ ਟੋਰਿਆ? ਕੰਮ ਟੁਰ ਰਿਹਾ। ਠੀਕ ਹੈ। ਇਹ ਸ਼ੈਡ ਜਿਹੜਾ ਕਿੰਨੀ ਜਗ੍ਹਾ 'ਚ? ਇਹ 14 ਮਰਲੇ ਚ ਹੋਣਾ, 13-14 ਮਰਲੇ। ਤੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਜੇ ਸਵੇਰ ਤੋਂ ਸ਼ਾਮ ਤੱਕ? ਇਹ ਸਵੇਰ ਤੋਂ ਸ਼ਾਮ ਤੱਕ ਸਰ 2 ਰੇੜੇ ਪੱਠੇ ਲਿਆਈ ਦੇ ਨੇ, ਵਿੱਚ ਤੂੜੀ ਵੀ ਹੈ, ਵੰਡ ਵੀ ਮਣ ਸਵਾ ਮਣ ਵੰਡ ਪੈ ਜਾਂਦਾ। ਅੱਛਾ। ਅੱਲਾ ਸਾਨੂੰ ਵੀ ਵਿੱਚੋਂ ਦੇ ਸਾਡਾ ਕੋਈ 1000-2000। ਠੀਕ ਹੈ। ਇਹਨਾਂ ਨੂੰ ਪਾ ਲਾ ਕੇ ਕਿਸ਼ਤ ਦੇ ਕੇ ਸਾਰਾ ਕੰਮ। ਠੀਕ ਹੈ। ਜ਼ਬਰਦਸਤ। ਅੱਛਾ, ਇਹ ਗੱਲ ਦੱਸਿਓ ਕਿ ਤੁਸੀਂ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕਾਰੋਬਾਰ ਨਫਾ ਬਖਸ਼ੇ ਜਾਂ ਨਹੀਂ? ਨਹੀਂ, ਨਫਾ ਬਖਸ਼ੇ। ਕਿਸ ਤਰ੍ਹਾਂ ਕਰਨ ਉਹ ਕਾਰੋਬਾਰ? ਉਹ ਆਪਣੇ ਹਿਸਾਬ ਨਾਲ, ਉਹਨਾਂ ਦਾ ਹੁਣ ਉਸ ਬੰਦੇ ਤੇ ਡਿਪੈਂਡ ਹੁੰਦਾ ਨਾ ਉਹ ਕਿਸ ਤਰ੍ਹਾਂ। ਕਿੰਨੀਆਂ ਮੱਝਾਂ ਤੋਂ ਕਿੰਨੀਆਂ ਗਾਈਆਂ ਤੋਂ ਕੰਮ ਸ਼ੁਰੂ ਕੀਤਾ? ਮੈਂ ਤੇ ਇੱਕ ਤੋਂ ਕੀਤਾ ਤੇ ਉਹ ਕੋਈ ਮੇਰੇ ਨਾਲ ਕੋਈ ਰਿਹਾ ਹੋਣਾ ਜਿਹਨੇ ਨਹੀਂ, ਜੇ ਤੋਂ
ਉਂਝ ਵੱਧਦਾ ਨਾ ਹੋਏਦਾ ਤੇ ਫਿਰ ਨਾ ਕੱਖ ਕਰੇਦਾ ਤੇ ਜੇ ਜਿਹੜਾ ਉਂਝ ਮਯੂਸ ਹੈ ਉਹ ਉਹ ਇੱਕ ਤੋਂ ਵੀ ਸ਼ੁਰੂ ਕੀਤਾ ਜਾ ਇੱਕ ਸਕਦਾ, ਤੋਂ ਵੀ ਸ਼ੁਰੂ ਕੀਤਾ ਜਾ ਸਕਦਾ। ਲੇਕਿਨ ਇੱਕ ਮੱਝ ਜਾਂ ਇੱਕ ਗਾਂ ਤੋਂ ਤੁਸੀਂ ਸ਼ੁਰੂ ਕਰਦੇ ਹੋ, ਲੇਕਿਨ ਜਦੋਂ ਉਹ ਦੁੱਧ ਛੱਡ ਦਿੰਦੀ ਹੈ ਹਾਂਜੀ। ਫਿਰ ਤੇ ਉਹ ਨੁਕਸਾਨ ਹੈ ਉਹਦਾ। ਨੁਕਸਾਨ ਨਹੀਂ, ਅੱਲਾਹ ਤਾਲਾ ਦੀ ਜ਼ਾਤ ਹੈ, ਜਿਹਨੇ ਇੱਕ ਤੋਂ ਕਰਨਾ ਸ਼ੁਰੂ ਉਹਦੇ ਨਾਲ ਹੋਰ ਵੀ ਕੋਈ ਮਾੜਾ ਮੋਟਾ ਸਿਲਸਿਲਾ ਹੋਣਾ ਹੀ ਹੈ ਨਾ। ਅੱਛਾ, ਜਦੋਂ 5-7 ਹੋ ਜਾਂਦੀ ਫਿਰ ਉਹ ਛੱਡ ਛੜੇਦਾ, ਜੇ 2-3 ਭਰਾ ਹੁੰਦੇ ਤੇ ਫਿਰ ਸਰਕਾਰ ਉਹ ਨਾਲ ਹੋਰ ਵੀ ਕੰਮ ਪੇ ਹੁਣ ਘੱਟ ਤੋਂ ਘੱਟ ਪੈਸੇ ਨਾਲ ਐਸ ਕਾਰੋਬਾਰ ਕਿਸ ਤਰ੍ਹਾਂ ਸ਼ੁਰੂ ਕੀਤਾ ਜਾ ਸਕਦਾ? ਇੱਕ ਤਾਂ ਤੁਸੀਂ ਦੱਸਿਆ ਕਿ ਡੰਗਰ ਇੱਕ ਹੀ ਅਗਰ ਹੋਏ ਹਾਂਜੀ ਜਾਂ 2 ਲੈ ਲਓ, ਉਹ ਤੋਂ ਕਾਰੋਬਾਰ ਸ਼ੁਰੂ ਕਰ ਲਓ। ਹਾਂਜੀ। ਜਗ੍ਹਾ ਕਿੰਨੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ? 2-3 ਕਿੱਲੇ ਹੋਣੀ ਚਾਹੀਦੀ, 2-3 ਕਿੱਲੇ ਜਗ੍ਹਾ ਆਪਣੀ ਹੋਏ ਤੇ ਫਿਰ ਉਹ ਪੱਠਿਆਂ 7 ਵਾਸਤੇ 2-3 ਪੱਠਿਆਂ ਵਾਸਤੇ ਔਰ ਜਿਹਦੇ ਵਿੱਚ ਰੱਖਣੇ ਨੇ ਡੰਗਰ। ਉਹ 10 ਮਰਲੇ ਵੀ ਹੋਏ 12 ਵੀ ਹੋਏ, ਉਸ ਹਿਸਾਬ ਨਾਲ ਹੀ ਹੈ ਨਾ। ਹੁਣ ਸਾਡਾ 12-14 ਮਰਲੇ ਥਾਂ ਤੇ ਨਜ਼ਰ ਆਉਂਦਾ ਪਿਆ ਸਾਰਾ। ਸਹੀ ਹੈ। ਤੇ ਤੇ ਇਹਦੇ ਚ ਕਿੰਨਾ ਤੁਸੀਂ ਸ਼ੈੱਡ ਬਣਾਇਆ ਔਰ ਕਿੰਨਾ ਹਾਲੀ ਹੈ? ਇਹ ਤੂੜੀ ਲਈ ਬਣਾਏ ਨੇ, ਸਹੀ ਹੈ, 3-4 ਮਰਲੇ ਥਾਂ ਹੈ ਸਹੀ ਹੈ, ਤੇ ਉੱਪਰਾਂ ਉਧਰ ਡੰਗਰ ਧਾਰਾ ਸ਼ਰਾ ਗਰਮੀ ਸਰਦੀ ਵਾਸਤੇ। ਸਹੀ ਹੈ, ਠੀਕ ਹੋ ਗਿਆ। ਸ਼ੈੱਡ ਜਿਹੜਾ ਵੇ ਪੱਕਾ ਹੋਣਾ ਚਾਹੀਦਾ ਕਿ ਕੱਚਾ ਹੋਣਾ ਨਹੀਂ, ਇਹ ਤਾਂ ਪੱਕਾ ਹੀ ਹੋਏ ਤੇ ਸਭ ਨਾਲ ਬਿਹਤਰ ਹੈ। ਚਾਹੀਦਾ? ਠੀਕ ਹੈ, ਕੱਚਾ ਕਿਉਂ ਨਹੀਂ ਹੋਣਾ ਚਾਹੀਦਾ? ਕੱਚਾ ਫਿਰ ਇਹ ਬੱਦਲ ਕਣੀ ਦੇ ਵਿੱਚ ਵਹਿੰਦੇ ਨਾ ਕੀ ਹਾਲ ਹੁੰਦਾ। ਲੇਕਿਨ ਡੰਗਰ ਤੇ ਕੱਚੇ ਵਿੱਚ ਹੀ ਸੁਣਿਆ ਖੁਸ਼ ਰਹਿੰਦੇ ਨੇ। ਉਹ ਠੀਕ ਹੈ, ਉਹ ਤੁਹਾਡੀ ਗੱਲ ਠੀਕ ਹੈ, ਕੱਚੇ 'ਚ ਖੁਸ਼ ਰਹਿੰਦੇ ਆ, ਪਰ ਕੱਚੇ ਦੇ ਵਿੱਚ ਇਹੋ ਜਿਹੇ ਦੇ ਵਿੱਚ ਨਹੀਂ ਬਣਦਾ। ਜਾਂ ਉਹ ਜਗ੍ਹਾ ਖੁੱਲੀ ਹੋਏ ਕੋਈ 2-3 ਕਨਾਲਾਂ ਥਾਂ ਤੇ ਫਿਰ ਉਹ ਬੰਦਾ ਲਾਂਬੇ ਸ਼ਾਮੇ ਬੰਨ ਲੈਂਦਾ। ਸਹੀ ਹੋ ਗਿਆ। ਅੱਛਾ, ਤੁਸੀਂ ਇਹ ਦੱਸਿਓ ਕਿ ਜਾਨਵਰ ਰੱਖਣ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ, ਕਿਹੜੀਆਂ ਸਹੂਲਤਾਂ ਇਹਨਾਂ ਵਾਸਤੇ ਰੱਖਣੀਆਂ ਚਾਹੀਦੀਆਂ? ਇਹਨਾਂ ਵਾਸਤੇ ਪਹਿਲੇ ਦੇ ਟੋਕਾ ਹੋਣਾ ਚਾਹੀਦਾ, ਪੱਠੇ ਕੁਤਰਨ ਲਈ ਘੋੜਾ ਰੇੜਾ ਹੋਣਾ ਚਾਹੀਦਾ, ਪਾਣੀ ਹੋਣਾ ਚਾਹੀਦਾ, ਤਲਾਅ ਹੋਣਾ ਚਾਹੀਦਾ, ਤੇ ਇਹ ਇਹਨਾਂ ਦੀ ਤੇ ਅਹਿਮ ਜ਼ਰੂਰਤ ਹੈ। ਜਗ੍ਹਾ। ਹਾਂਜੀ, ਇਹ ਤੇ ਸਹੀ ਹੈ, ਠੀਕ ਹੋ ਗਿਆ। ਅੱਛਾ, ਇਸ ਕਾਰੋਬਾਰ ਦੇ ਮਸਾਇਲ ਜ਼ਰਾ ਦੱਸਿਓ ਤਫਸੀਲ ਨਾਲ, ਕਿਹੜੇ ਮਸਲੇ ਇੱਕ ਨਵੇਂ ਬੰਦੇ ਨੂੰ ਪੇਸ਼ ਆ ਸਕਦੇ ਨੇ ਜਾਂ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੇਸ਼ ਆਉਂਦੇ ਨੇ? ਮਸਲੇ ਤੇ ਇਹਦੇ ਨਾਲ ਢੇਰ ਸਾਰੇ ਨੇ। ਮਸਲਨ ਵੀ ਜੇ ਘਰ ਪੈਸੇ ਥੋੜੇ ਨੇ ਤੇ ਫਿਰ ਮਜਬੂਰ ਹੋਈ ਇਹਦਾ ਬੰਦਾ, ਤੇ ਜੇ ਥੋੜੇ ਬਹੁਤ ਕੋਲ ਰੱਖੇ ਕਿਸੇ ਕੋ ਪੱਠੇ ਲੈ ਉਹਦੇ ਪੈਸੇ ਦੇ ਟਾਈਮ ਨਾਲ, ਫਿਰ ਨਹੀਂ ਮਜਬੂਰ ਹੁੰਦਾ। ਤੇ ਜੇ ਪੱਠੇ ਚਾਰ ਕੇ ਉਹ ਪਿੱਛੇ ਦੌੜੇ ਪੱਠੇ ਚਾਰ ਜਿਹਦੇ ਕੋਲ ਮੁੱਲ ਨੇ ਤੇ ਫਿਰ ਖਰਾਬ ਹੀ ਹੋਏਗਾ। ਸਹੀ ਹੈ। ਤੇ ਜਿਹੜੀ ਜਗ੍ਹਾ ਵੇ ਉਹਦਾ ਵੀ ਮਸਲਾ ਹੀ ਨੇ, ਆਪਣੀ ਜਗ੍ਹਾ ਹੋਣੀ ਚਾਹੀਦੀ ਹੈ। ਜਗ੍ਹਾ ਤੇ ਆਪਣੀ ਹੋਣੀ ਚਾਹੀਦੀ। ਬਿਮਾਰੀਆਂ ਦੇ ਵੀ ਮਸਾਇਲ ਹਨ। ਹਾਂਜੀ, ਕਿਹੜੀ ਬਿਮਾਰੀ ਲੱਗਦੀ ਹੈ? ਬਿਮਾਰੀ ਨੂੰ ਬੁਖਾਰ ਅਕਸਰ ਹੋ ਜਾਂਦਾ, ਗਰਮੀ ਹੋਏ ਤਦ, ਸਰਦੀ ਹੋਏ ਤਦ। ਅੱਛਾ, ਹਾਂ, ਠੀਕ ਹੈ। 5 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲ ਸਕਦੇ ਨੇ? 3 ਬੰਦੇ ਹੋਣੇ ਚਾਹੀਦੇ। 3 ਬੰਦੇ? ਹਾਂਜੀ। ਤੇ ਅੱਜ ਕੱਲ ਬੰਦੇ ਦਾ ਕੀ ਮਜ਼ਦੂਰੀ ਮੰਥਲੀ ਰੇਟ ਚੱਲਦਾ ਪਿਆ ਤਨਖਾਹ ਦਾ? ਸਰ 12,000 ਰੁਪਇਆ ਤਨਖਾਹ ਲੈਂਦਾ ਇੱਕ ਬੰਦਾ, ਠੀਕ ਹੈ, ਤੇ ਰੋਟੀ ਪਾਣੀ ਉਹ ਜਿਹਦੇ ਕੋਲ ਰਹਿੰਦਾ ਉਹਨੇ ਹੀ ਦੇਣਾ, ਜੁੱਤੀ ਕੱਪੜਾ ਵੀ ਉਹਨੇ ਹੀ ਦੇਣਾ। ਠੀਕ ਹੋਗਾ। ਕਿੰਨੇ ਚ ਇੱਕ ਬੰਦਾ ਪੈ ਜਾਂਦਾ? ਹੁਣ ਅੱਗੋਂ ਆਪੀ ਹਿਸਾਬ ਲਾ ਲਓ, ਚਲੋ 20-22,000 ਚ ਪੈਂਦਾ ਇੱਕ ਬੰਦਾ। 20-22 ਚ ਇੱਕ ਬੰਦਾ ਪੈ ਜਾਂਦਾ। 3 ਬੰਦੇ ਚਾਹੀਦੇ ਨੇ 5 ਜਾਨਵਰਾਂ ਵਾਸਤੇ। ਹਾਂਜੀ। ਤੇ ਤੁਸੀਂ ਇਹ ਦੱਸੋ ਕਿ ਜਾਨਵਰਾਂ ਨੂੰ ਤੁਸੀਂ ਸਾਰਾ ਦਿਨ ਪਾਉਂਦੇ ਕੀ ਹੋ? ਚਰੀ ਤੋਂ ਇਲਾਵਾ ਕੀ ਪਾਉਂਦੇ ਹੋ? ਚਰੀ ਸਾਰਾ ਅਸੀਂ ਬਾਹਰ ਚਾਰਦੇ ਆ ਡੰਗਰ ਸਾਰਾ ਦਿਨ। ਠੀਕ ਹੈ। ਹਾਂਜੀ। ਤੇ ਕਿੰਨੀ ਕੁ ਚਰੀ ਖਾਈ ਜਾਂਦੇ ਰੋਜ਼ਾਨਾ ਚਾਰਨ ਤੋਂ ਨਾਲ? ਚਰੀ 10 ਮਰਲੇ ਖਾਈ ਜਾਂਦੇ। 10 ਮਰਲੇ ਖਾਈ ਜਾਂਦੇ? ਹਾਂਜੀ। ਤੇ ਵੰਡਾ ਕਿੰਨਾ ਪਾਉਂਦੇ ਹੋ ਫਿਰ ਜਾਨਵਰ? ਵੰਡਾ ਅਸੀਂ ਪਾਉਂਦੇ ਆ ਜੀ ਸਾਰੇ, ਇੱਕ ਬੋਰੀ ਖਾਲ ਤੇ 15 ਸੇ ਰੋਟੀ। ਇੱਕ ਬੋਰੀ ਖਾਲ ਤੇ 15 ਸੇ ਰੋਟੀਆਂ ਹਾਂਜੀ। ਮਿਕਸ ਕਰਕੇ? ਹਾਂਜੀ, ਮਿਕਸ ਕਰ। ਇਹਨਾਂ 5 ਚ ਦੁੱਧ ਦੇਣ ਵਾਲੇ ਕਿੰਨੇ ਨੇ? ਦੁੱਧ ਦੇਣ ਵਾਲੇ ਤੇ 6 ਮਈਆਂ ਜੇ ਤੇ 3 ਗਾਈਆਂ ਨੇ, ਠੀਕ ਹੈ, ਬਾਕੀ ਸੂਣ ਵਾਲੀਆਂ ਨੇ। ਬਾਕੀ ਸੁਣ ਵਾਲੇ ਮਾਸ਼ਾਅੱਲਾ। ਤੇ ਰੋਜ਼ਾਨਾ ਦਾ ਚਾਰੇ ਦਾ ਤੇ ਵੰਡੇ ਦਾ ਖਰਚਾ ਕਿੰਨਾ ਹੋ ਜਾਂਦਾ? 500 ਦੀਆਂ ਰੋਟੀਆਂ ਜੇ ਤੇ 1400 ਦੀ ਖਾਲ। ਇਹ ਖਰਚਾ ਹੈ ਹਾਂਜੀ। ਰੋਜ਼ਾਨਾ ਦਾ? ਰੋਜ਼ਾਨਾ, ਸ਼ਾਮ ਦਾ? ਸਵੇਰ ਸ਼ਾਮ ਦਾ। ਤੇ ਪੱਠਿਆਂ ਦਾ? ਪੱਠੇ ਘਰ ਤੇ ਨੇ, ਉਹਨਾਂ ਦਾ ਨਹੀਂ ਹਿਸਾਬ ਲਾਇਆ ਕਦੀ। ਠੀਕ ਹੈ। ਕਿੰਨੇ ਮਰਲੇ ਦੱਸਿਆ ਹਜੇ? 10 ਮਰਲੇ। 10 ਮਰਲੇ। ਅੱਛਾ ਭਾਈ, ਇਹ ਦੱਸੋ ਕਿ ਇਸ ਤੋਂ ਇਲਾਵਾ ਜਿਹੜੇ ਜਾਨਵਰ ਤੁਹਾਡੇ ਦੁੱਧ ਦਿੰਦੇ ਨੇ ਉਹ ਸਵੇਰ ਸ਼ਾਮ 'ਚ ਕਿੰਨਾ ਦੁੱਧ ਕਰ ਛੱਡਦੇ ਨੇ? 1.5-2 ਮਣ। 1.5 ਤੋਂ ਪੌਣੇ 2 ਮਣ ਹਾਂਜੀ। ਸਵੇਰ ਔਰ ਸ਼ਾਮ? ਸਵੇਰ ਸ਼ਾਮ। ਤੇ ਰੇਟ ਕੀ ਮਿਲਦਾ ਹੈ? ਰੇਟ ਸਾਨੂੰ 74 ਰੁਪਏ। 74 ਰੁਪਏ। ਹਾਂਜੀ। ਜ਼ਬਰਦਸਤ। ਤੇ ਇਸ ਚੀਜ਼ਾਂ ਨੂੰ ਦੇਖ ਲਿਆ ਤੁਹਾਨੂੰ ਇਹ ਕੰਮ ਨੁਕਸਾਨ 'ਚ ਜਾ ਰਿਹਾ ਜਾਂ ਫਾਇਦੇ 'ਚ? ਨਹੀਂ, ਸਾਡੇ ਦੇ ਫਾਇਦੇ 'ਚ ਕਿਸੇ ਦਾ ਸਾਨੂੰ ਪਤਾ ਨਹੀਂ ਸਰ। ਠੀਕ ਹੈ। ਮੈਡੀਕਲ ਦਾ ਕਿੰਨਾ ਖਰਚਾ ਹੋ ਜਾਂਦਾ ਜਾਂ ਡਾਕਟਰਾਂ ਨੂੰ ਬੁਲਾਉਣ ਦਾ ਮਹੀਨੇ 'ਚ ਕਿੰਨਾ ਖਰਚਾ ਕੋਈ ਨਹੀਂ, ਅੱਲਾ ਤੰਦਰੁਸਤੀ ਦੇ। ਮੇਰਾ ਖਿਆਲ ਹੈ 2-3 ਮਹੀਨੇ 400 ਰੁਪਇਆ ਵੀ ਨਹੀਂ ਲੱਗਾ? ਹਾਂਜੀ। ਤੇ ਤੁਹਾਂ ਮੱਝਾਂ ਕਰਾਉਣ ਵਾਸਤੇ ਜਾਂ ਗਾਈਆਂ ਕਰਾਉਣ ਵਾਸਤੇ ਸੰਡਾ ਝੋਟਾ ਰੱਖਿਆ ਹੈ ਜਾਂ ਨਹੀਂ, ਸੰਡਾ ਘਰ ਰੱਖਿਆ। ਸੰਡਾ ਘਰ ਰੱਖਿਆ ਹੈ? ਹਾਂਜੀ। ਉਹਦੇ ਵਾਸਤੇ ਡਾਕਟਰ ਨਹੀਂ ਬੁਲਾਉਣਾ ਪੈਂਦਾ? ਨਹੀਂ। ਤੇ ਗਾਈਆਂ ਵਾਸਤੇ ਟੀਕਾ? ਗਾਈਆਂ ਵਾਸਤੇ ਵੀ ਬੱਚਾ ਰੱਖਿਆ ਸੀ, ਉਹੀ ਤੇ ਕੁਰਬਾਨੀ ਦੇਖਦੇ। ਠੀਕ ਹੈ। ਬਿਜਲੀ ਦਾ ਕਿੰਨਾ ਖਰਚ ਹੋ ਜਾਂਦਾ ਹੈ? ਬਿਜਲੀ ਤੱਕ ਅੱਗੇ ਤੇ ਬਿਲਕੁਲ ਥੋੜਾ ਸੀ ਖਰਚ, ਅੱਛਾ, ਹੁਣ ਤਕਰੀਬਨ 3000-4000 ਖਰਚ ਹੋ ਜਾਂਦਾ। ਅੱਗੇ ਤੇ ਇਹੋ 1000-1200 ਹੁੰਦਾ ਠੀਕ ਹੈ, ਤੇ ਹੁਣ 3-4000 ਬਿੱਲ ਹੁੰਦਾ ਪਿਆ 2-3 ਮਹੀਨੇ ਤੋਂ। ਠੀਕ ਹੈ। ਦੁੱਧ ਤੋਂ ਇਲਾਵਾ ਹੋਰ ਵੀ ਕੁਝ ਜਾਨਵਰ ਵੀ ਸੇਲ ਕਰਦੇ ਹੋ? ਹਰ ਸਾਲ ਕੁਝ ਜਾਨਵਰ ਵੀ ਸੇਲ ਕਰਦੇ ਹੋ? ਚੁੱਕਟੇ ਬੱਚੇ ਕਦੀ ਕਰਨਾ ਪੈ ਜਾਂਦੇ ਨੇ, ਹੁਣ 3-4 ਘੱਟੇ ਨੇ। ਅੱਛਾ, ਇੱਕ ਸੰਡਾ ਹੈ, ਹੁਣ ਜਦੋਂ ਥਲੜਾ ਜਵਾਨ ਹੋਏਦਾ ਫਿਰ ਉਤਲਾ ਵੇਚ ਛੜਾਂਗੇ। ਠੀਕ ਹੈ। ਹਾਂਜੀ। ਉਹਦੇ ਨਾਲ ਸਪੋਰਟ ਮਿਲ ਜਾਂਦੀ ਹੈ ਕੋਈ? ਹਾਂਜੀ, ਠੀਕ ਹੈ। ਬੜੀ ਸਪੋਰਟ ਮਿਲ ਜਾਂਦੀ। ਜ਼ਬਰਦਸਤ। ਹੁਣ ਇੱਕ ਬੱਚਾ ਵੀ ਹਾਂ ਵੇਚਿਆ ਸੀ ਕੁਰਬਾਨੀ ਤੇ ਲੱਖ ਦਾ, ਹੁਣ ਇਹ ਸੰਡਾ ਇਹ ਵੀ ਲੱਖ ਸਵਾ ਲੱਖ ਦਾ ਹੋਇਆ। ਪਿੱਛੇ 2-3 ਘੱਟੇ ਨੇ। ਅੱਲਾ ਖੈਰ ਰੱਖੇ। ਕੋਈ ਗਾਈਆਂ ਸੂਣ ਵਾਲੀਆਂ ਉਹਨਾਂ ਵੀ ਕੋਈ ਬੱਚੇ ਪੁੱਛੇ ਦੇਣੇ ਨੇ। ਇਹ ਸੰਡਾ ਤੁਹਾਡੇ ਘਰ ਦਾ? ਹਾਂਜੀ। ਕਟੀਆਂ ਤੂੰ ਮੱਝਾਂ ਬਣਾ ਲੈਂਦੇ ਹੋ ਜਾਂ ਵੇਚ ਛੱਡਦੇ ਹੋ? ਨਹੀਂ, ਮੈਂ ਹੀ ਬਣਾਉਂਦਾ ਸਾਰਾ, ਹਾਨੀ ਜੇ ਕਦੀ ਵੇਚੀ।
ਤੇ ਪੁਰਾਣੀਆਂ ਮੱਝਾਂ ਵੇਚੀ ਜਾਂਦੇ ਹੋ? ਵਿੱਚ ਜਿਹੜੀ ਫਿਰ ਬਹੁਤੀ ਬੁੱਢੜ ਹੋਈ ਉਹ ਦੇਖ ਲਈ ਦੀ। ਠੀਕ ਹੈ। ਅੱਛਾ ਭਾਈ, ਜਿਹੜੇ ਬੰਦੇ ਨਵੇਂ ਬੰਦੇ ਕਾਰੋਬਾਰ ਕਰਨਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਤੁਸੀਂ ਕੀ ਸਕੀਮ ਬਣਾ ਕੇ ਦਵੋਗੇ ਵੀ ਐਨੇ ਕੁ ਜਾਨਵਰਾਂ ਤੋਂ ਕੰਮ ਸਟਾਰਟ ਲੈਣਾ? ਸਰ ਹੁਣ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਠੀਕ ਹੈ। ਹੁਣ ਕੋਈ ਕਿਹਾ ਨਹੀਂ ਜਾ ਸਕਦਾ। ਅੱਛਾ ਜਦੋਂ ਅਸਾਂ ਸ਼ੁਰੂ ਕੀਤਾ ਸੀ ਉਦੋਂ 27,000 24,000 25,000 ਦੀ ਮਹੀਂ ਆਉਂਦੀ, ਠੀਕ ਹੈ। ਹੁਣ ਮਹੀਂ ਆਉਂਦੀ ਹੈ 2.5-3 ਲੱਖ ਦੀ। ਠੀਕ ਹੈ। ਹੁਣ ਨਵੇਂ ਬੰਦੇ ਦੇ ਕੋਲ ਪੈਸੇ ਹੈ ਨੇ ਤੇ ਸ਼ੁਰੂ ਕਰੇ, ਨਹੀਂ ਤੇ ਚੁੱਪ ਕਰਕੇ ਬਹਿ ਰਹੇ। 2.5-3 ਲੱਖ ਉਧਾਰ ਆਂਦੀ ਹੈ ਨਗਦ? ਵਿੱਚ ਨਗਦਾਂ ਨੇ, ਵਿੱਚ ਉਧਾਰ ਨੇ। ਨਹੀਂ, ਅੱਜ ਕੱਲ ਔਸਤਨ ਮੱਝ ਕਿੰਨੇ ਦੀ ਮਿਲਦੀ ਹੈ? ਉਹ 2 ਲੱਖ ਦੀ ਨਗਦ ਦਿੰਦੇ ਨੇ। 2 ਲੱਖ ਦੀ? ਹਾਂਜੀ। ਤੇ ਉਹ 2 ਲੱਖ ਵਾਲੀ ਮੱਝ ਕਿੰਨਾ ਕੁ ਦੁੱਧ ਦੇ ਦੇਗੀ ਸਾਲ ਮਹੀਨੇ ਚ? ਮਹੀਨੇ 'ਚ ਸਰ ਦਿਹਾੜੀ ਦਾ ਤੁਸੀਂ ਥੋੜਾ 10 ਸਿਰ ਵੀ ਲਾਓ, 7-8 ਮਹੀਨੇ ਨੇ ਇਸ ਰੂਟੀਨ ਨਾਲ ਜਾਣਾ ਤੇ ਅੱਗੋਂ ਆਪੇ ਹਿਸਾਬ ਕਰ ਲਓ। ਠੀਕ ਹੈ। ਤੇ ਕਿਹੜੀ ਨਸਲ ਦੀ ਮੱਝ ਠੀਕ ਰਹਿੰਦੀ, ਕਿਹੜੇ ਇਲਾਕੇ ਦੀ? ਉਹ ਅਸੀਂ ਤੇ ਸਾਰਾ ਸਾਡੇ ਵਪਾਰੀ ਲਿਆਉਂਦੇ ਨੇ, ਅੱਲਾ ਹੀ ਜਾਣਦਾ ਕਿੱਥੋਂ ਲਿਆਉਂਦੇ ਤੇ ਕਿੱਥੋਂ ਨਹੀਂ। ਜਾਈਦਾ ਚੋਈ ਦੀ ਪਸੰਦ ਕਰਕੇ ਲੈ ਆਈਦੀ। ਮੱਝਾਂ ਦੀ ਕਿਹੜੀ ਗੱਲ ਵੇਖ ਕੇ ਤੁਸੀਂ ਪਸੰਦ ਕਰਦੇ ਹੋ, ਕਿਹੜੀ ਚੀਜ਼ ਵੇਖਦੇ ਹੋ? ਅਸੀਂ ਤਾਂ ਥਾਣਵਾਂ ਨਹੀਂ ਵੇਨੇ ਆ, ਧਾਰ ਵੇਨੇ ਆ। ਇੱਕ ਦਿਨ ਦੀ ਸੂਈ ਹੁੰਦੀ, ਧਾਰ ਪਸੰਦ ਆਏ ਤੇ ਲੈ ਆਈਦੀ, ਜੇ ਧਾਰ ਨਾ ਸਹੀ ਹੋ ਤੇ ਰਹਿੰਦੇ ਦੀ। ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਸਹੀ ਹੈ ਤੇ ਨਹੀਂ? ਅਸੀਂ ਚੋਨੇ ਆ ਤੇ ਸਾਨੂੰ ਪਤਾ ਲੱਗ ਜਾਂਦਾ। ਯਾਨੀ ਹੁਣ ਤੁਸੀਂ ਦੱਸ ਨਹੀਂ ਸਕਦੇ? ਨਹੀਂ, ਹੁਣ ਜਿਹੜਾ ਤੁਹਾਡਾ ਕਾਰੋਬਾਰ ਹੈ ਤੁਹਾਨੂੰ ਪਤਾ। ਠੀਕ ਹੈ। ਅਸੀਂ ਉਹਨੂੰ ਜਾ ਕੇ ਚੋਣਾ ਪਸੰਦ ਆ ਕੇ ਤੇ ਸਾਡੀ ਪਸੰਦ ਆ ਗਈ ਤੇ ਲੈ ਆਉਣੀ। ਠੀਕ ਹੈ, ਜ਼ਬਰਦਸਤ। ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ। ਅਸੀਂ ਤੁਹਾਨੂੰ ਕਾਫੀ ਗੱਲਾਂ ਪੁੱਛੀਆਂ ਨੇ। ਕੋਈ ਐਸੀ ਗੱਲ ਜਿਹੜੀ ਮੱਝਾਂ ਪਾਲਣ ਵਾਲੇ ਹਜ਼ਰਾਤ ਵਾਸਤੇ ਜ਼ਰੂਰੀ ਹੈ ਔਰ ਅਸੀਂ ਤੁਹਾਨੂੰ ਨਹੀਂ ਪੁੱਛੀ, ਆਪਣੀ ਤਰਫੋਂ ਦੱਸ ਦਿਓ। ਤੋਹਫਾ ਤਾਂ ਕਿਸਾਨ ਦੋ ਭਾਈਆਂ ਨੂੰ ਕੋਈ ਅਹਿਮ ਗੱਲ? ਅਹਿਮ ਗੱਲ ਹੈ ਇਹ ਕਿ ਜੇ ਉਹਨਾਂ ਦੇ ਘਰ ਕੋਈ 1-2 ਡੰਗਰ ਹੈ ਤੇ ਉਹਦੇ ਬੱਚੇ ਪਾਲਣ ਤੇ ਉਹਦੇ ਤੋਂ ਅੱਲਾਹ ਤਾਲਾ ਇਜ਼ਾਫਾ ਕਰੇ ਦੀ। ਠੀਕ ਹੈ। ਤੇ ਜੇ ਸਰਕਾਰ ਉਹ ਕਾਲੇ ਪੈਣ ਦੇ ਵੇਚਣ ਦੇ ਤੇ ਫਿਰ ਨੁਕਸਾਨ ਹੀ ਹੋਏਗਾ। ਠੀਕ ਹੈ। ਅਕਸਰ ਅੱਗੇ ਲੋਕ ਨਹੀਂ ਸਨ ਪਾਲਦੇ ਜਾਨਵਰ ਬੱਚੇ, ਐਵੇਂ ਕਸਾਈਆਂ ਦੇ ਹੜਦੇ ਆ। ਤੇ 2-4 ਸਾਲ ਤੋਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਹਰ ਡੇਰੇ ਤੇ ਜਾਓ ਤੇ 5-7 ਜਾ ਹੁੰਦੇ, 10-20 ਹੁੰਦੇ। ਠੀਕ ਹੈ। ਇਸ ਵੀਡੀਓ ਦੇ ਤਵਸਤ ਨਾਲ ਕੋਈ ਕਿਸਾਨ ਭਾਈ ਤੁਹਾਡੇ ਨਾਲ ਰਾਬਤਾ ਕਰ ਸਕਦਾ? ਕਰ ਲੈ 100 ਬਿਸਮਿਲ੍ਲਾ ਜਿਹੜੇ ਵੇਲੇ ਮਰਜ਼ੀ ਸਰ। ਕੋਈ ਕੰਟੈਕਟ ਨੰਬਰ? 0324 8633 ਮੇਰਾ ਨੰਬਰ। ਜ਼ਬਰਦਸਤ। ਹਲੀਲ ਅਹਿਮਦ ਮੇਰਾ ਨਾਮ ਹੈ, ਵਾਲਦ ਮੇਰਾ ਚੌਧਰੀ ਮੁਹੰਮਦ ਅਨਵਰ ਭਲੀ। ਮਾਸ਼ਾਅੱਲਾ, ਜ਼ਬਰਦਸਤ। ਬਹੁਤ ਸਰਕਾਰ ਇੱਕ ਹੋਰ ਗੱਲ ਹੈ, ਮੇਰੇ ਕੋਲ ਬਜ਼ੁਰਗ ਇੱਕ ਜੀ ਦਿਖਾਓ। ਇਹ 6 ਸਾਲ ਤੋਂ ਮੇਰੇ ਕੋਲ ਰਹਿ ਰਿਹਾ ਆਇਆ ਜੀ, ਦਿਖਾਓ ਜੀ। ਤੇ ਕੋਈ ਹੈ ਜੇ ਕੋਈ ਹੈ ਨਾ ਕਿਸੇ ਦਾ ਚਾਚਾ ਬਾਬਾ ਹੈ ਵੇ ਤੇ ਉਹ ਮੇਰੇ ਨਾਲ ਰਾਬਤਾ ਕਰ ਰਿਹਾ। ਨਹੀਂ ਖੜਨਾ ਉਹਨੇ ਤੇ ਮਿਲ ਹੀ ਜਾਏ ਮੇਰੇ ਅੱਗੇ ਤੋਂ। ਜੇ ਖੜਨਾ ਤੇ 100 ਬਿਸਮਿਲ੍ਲਾ। ਠੀਕ ਹੈ। ਤੇ ਤੁਹਾਨੂੰ ਕਿਸ ਤਰ੍ਹਾਂ ਮਿਲਿਆ? ਇਹ ਮੈਂ ਪੱਠੇ ਵੜਦਾ ਤੇ ਮੇਰੇ ਕੋਲ ਆ ਗਿਆ ਸੀ ਤੇ 6 ਸਾਲ ਤੋਂ। ਅੱਛਾ। ਤੇ ਜੇ ਕਿਸੇ ਨੇ ਉਹ ਨਾ ਵੀ ਖੜਨਾ ਆਏ ਉਹ ਜਾ ਕੇ ਮਿਲ ਕੇ ਨਾ ਤੇ ਉਹਦੀ ਮਿਹਰਬਾਨੀ ਟੁਰ ਜੇ। ਚਲੋ ਆਪਣਾ ਕੋਈ ਭੈਣ ਭਰਾ ਕੋਈ ਬੱਚਾ ਵੇਖ ਕੇ ਤੇ ਤਾਜ਼ਾ ਹੋ ਜਾਂਦਾ। ਹੋਰ ਗੱਲ ਕੋਈ ਨਹੀਂ, ਜੁੱਤੀ ਕੱਪੜਾ ਹਰ ਸ਼ੈ ਅੱਲਾ ਇਹਨੂੰ ਦਿੰਦਾ। ਠੀਕ ਹੈ। ਕਿਸੇ ਦਾ ਮੁਹਤਾਜ ਨਹੀਂ, ਅੱਲਾ ਇਹਨੂੰ ਦਿੰਦਾ। ਮੈਂ ਕੋਈ ਰੱਬ ਨਹੀਂ, ਅੱਲਾ ਉਹ ਤੇਜ ਦਾ ਹੈ ਤੇ ਮੇਰੇ ਕੋਲ 6 ਸਾਲ ਤੋਂ ਹੈ। ਜ਼ਬਰਦਸਤ, ਬਹੁਤ ਸ਼ੁਕਰੀਆ। ਤੇ ਮਿਹਰਬਾਨੀ ਹੈ ਜੇ ਕਿਸੇ ਨੇ ਮਿਲਣਾ ਹੀ ਹੋਏ ਤੇ ਇੰਨੀ ਹੋਰੀ ਦੱਸ ਦੇ ਤੁਸੀਂ ਵੀ ਨੇ? ਨਹੀਂ ਗੂੰਗਾ ਤੇ ਬੋਲਾ ਹੈ।